ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਅੱਜ ਦਾ ਵਿਚਾਰ ਸੋਧਰ ਦੀ ਬਾਣੀ ਰਾਗ ਗੁਜਰੀ ਮਹੱਲਾ ਪੰਜਵਾਂ ਦਾ ਹੈ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਬਾਣੀ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਪੰਕਤੀਆਂ ਦੇ ਅਰਥ ਕਰਾਂਗੇ। ਕਾਹੇ ਰੇ ਮਨ ਚਿਤਵੇ ਉਦਮ ਜਾ ਆਹਰ ਹਰ ਜਿਉ ਪਰਿਆ, ਸੈਲ ਪਥਰ ਮੇ ਜੰਤੋ ਪਾਏ ਤਾਂ ਕਾ ਰਿਜਗਾ ਗੇ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ ਰਹਾਓ। ਜਨਨ ਪਿਤਾ ਲੋਕ ਸਿਧ ਬੰਤਾ, ਕੋਇ ਨ ਕਿਸ ਕੀ ਤਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਉਡੇ ਉਡ ਆਵੇ ਸਹਿ ਕੋਸਾ, ਤਿਸ ਪਾਛੇ ਬਛਰੇ ਛਰਿਆ। ਤਿਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮੇ ਸਿਮਰਨ ਕਰਿਆ। ਸਭ ਨਿਦਾਨ ਦਸ ਅਸ ਸਿਧਾਨ, ਠਾਕਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨ ਪਾਰਾ ਵਰਿਆ। ਕਾਹੇ ਰੇ ਮਨ ਚਿਤਵੇ ਉਦਮ ਜਾ ਆਹਰ ਹਰ ਸਿਉ ਪਰਿਆ। ਮਨ ਨੂੰ ਸੰਬੋਧਿਤ ਕਰਦਿਆਂ ਹੋਇਆਂ ਗੁਰੂ ਜੀ ਆਖ ਰਹੇ ਹਨ ਕਿ ਤੂੰ ਚਿੰਤਾਵਾਂ ਵਿੱਚ ਉਲਝਿਆ ਹੋਇਆ ਹੈ। ਕੀ ਕਾਰਨ ਹੈ? ਭਾਵ ਆਪਣੀ ਉਪਜੀਵਕਾ ਨੂੰ ਲੈ ਕੇ ਕਿਉਂ ਫਿਕਰ ਕਰਦਾ ਹੈ, ਜਦ ਕਿ ਪਰਮੇਸ਼ਰ ਆਪ ਇਸ ਆਹਰ ਵਿੱਚ ਲੱਗਾ ਹੋਇਆ ਹੈ। ਸੈਲ ਪਥਰ ਮੇ ਜੰਤ ਪਾਏ, ਤਾਂ ਕਾ ਰਿਜਕ ਆਗੇ ਕਰ ਤਰਿਆ। ਪਰਬਤਾਂ ਤੇ ਪੱਥਰਾਂ ਦੇ ਥੱਲੇ ਵੀ ਜੋ ਜੀਵ ਉਪਜ ਰਹੇ ਹਨ, ਉਹਨਾਂ ਦਾ ਰਿਜਕ ਭਾਵ ਉਹਨਾਂ ਦੇ ਜੀਵਨ ਰਹਿਣ ਦਾ ਸਿਲਸਿਲਾ ਪਹਿਲੋਂ ਹੀ ਬਣਤਰ ਵਿੱਚ ਆ ਗਿਆ ਹੁੰਦਾ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ ਰਹਾਓ। ਗੁਰੂ ਜੀ ਆਖਦੇ ਹਨ ਕਿ ਕੇਵਲ ਗੁਰੂ ਦੇ ਗਿਆਨ ਦੁਆਰਾ ਉਹ ਪਿਆਰਾ ਜੋ ਸਾਡੇ ਅੰਦਰ ਬੈਠਾ ਹੈ ਉਸ ਤੱਕ ਅਪੜਿਆ ਜਾ ਸਕਦਾ ਹੈ। ਪਰ ਉੱਥੇ ਅਪੜਿਆਂ ਹੀ ਉਪਜੀਵਕਾ ਦੀ ਉਲਝਣਾਂ ਦਾ ਸਮਾਧਾਨ ਹੋ ਸਕਦਾ ਹੈ। ਗੁਰੂ ਜੀ ਕਿਰਪਾ ਰਾਹੀਂ ਸਾਡੇ ਮਨ ਦੀ ਅਡੋਲ ਅਵਸਥਾ ਸੰਭਵ ਹੈ ਅਤੇ ਉਸ ਅਵਸਥਾ ਵਿੱਚ ਹੀ ਮਨ ਹਰਿਆਵਲਾ ਹੁੰਦਾ ਹੈ। ਜਨਨ ਪਿਤਾ ਲੋਕ ਸੁਧ ਬੰਤਾ, ਕੋਇ ਨ ਕਿਸ ਕੀ ਤਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਅੱਗੇ ਗੁਰੂ ਜੀ ਸਮਝਾਉਂਦੇ ਹਨ ਕਿ ਸੰਸਾਰੀ ਰਿਸ਼ਤੇ, ਚਾਹੇ ਉਹ ਮਾਂ ਪਿਓ ਬੱਚੇ ਮਿੱਤਰ ਹਨ, ਉਹ ਜ਼ਿੰਦਗੀ ਦਾ ਆਧਾਰ ਨਹੀਂ ਬਣ ਸਕਦੇ। ਕਿਸੇ ਦੇ ਮਨ ਅੰਦਰ ਇਹ ਸ਼ੰਕਾ ਨਹੀਂ ਰਹਿਣੀ ਚਾਹੀਦੀ ਕਿ ਉਹ ਪਰਮੇਸ਼ਰ ਆਪਣੇ ਦਿੱਤੇ ਹੋਏ ਰਿਜ਼ਕ ਦੁਆਰਾ ਸਾਡਾ ਆਧਾਰ ਹੈ। ਇਹ ਸਮਝ ਦੇ ਨਾਲ ਹੀ ਮਨ ਦਾ ਡਰ ਦੂਰ ਹੁੰਦਾ ਹੈ। ਉਡ ਉਡ ਆਵੇ ਸਹਿ ਕੋਸਾ, ਤਿਸ ਪਾਛੇ ਬਛਰੇ ਚਰਿਆ। ਤਿਨ ਕਵਣ ਖਲਾਵੇ ਕਵਣ ਚਗਾਵੇ, ਮਨ ਮੇ ਸਿਮਰਨ ਕਰਿਆ। ਗੁਰੂ ਜੀ ਅੱਗੇ ਸਾਨੂੰ ਮਿਸਾਲ ਦੇ ਕੇ ਸਮਝਾ ਰਹੇ ਹਨ ਕਿ ਹੇ ਮਨ, ਤੂੰ ਇਹ ਕਦੀ ਵਿਚਾਰ ਕੀਤੀ ਹੈ ਕਿ ਜਦੋਂ ਪੰਛੀ ਆਪਣੇ ਬੱਚਿਆਂ ਨੂੰ ਛੱਡ ਕੇ ਕੋਸਾਂ ਦੂਰ ਚਲੇ ਜਾਂਦੇ ਹਨ ਤਾਂ ਉਹਨਾਂ ਦੇ ਬੱਚਿਆਂ ਨੂੰ ਕੌਣ ਰਿਜ਼ਕ ਦਿੰਦਾ ਹੈ? ਉਹਨਾਂ ਵਿੱਚ ਆਪਣਾ ਚੋਗਾ ਲੱਭਣ ਦੀ ਜੁਗਤ ਕੁਦਰਤ ਵੱਲੋਂ ਪਈ ਹੁੰਦੀ ਹੈ। ਸਭ ਨਿਦਾਨ ਦਸ ਅਸਟ ਸਿਧਾਨ, ਠਾਕਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨ ਪਾਰਾ ਵਰਿਆ। ਅਖੀਰ ਵਿੱਚ ਗੁਰੂ ਜੀ ਸਾਨੂੰ ਫਿਰ ਦਰਸਾਉਂਦੇ ਹਨ ਕਿ ਸ੍ਰਿਸ਼ਟੀ ਦਾ ਸਾਰਾ ਬਲ ਅਤੇ ਰਿਜ਼ਕ ਦੇਣ ਦੀ ਸੰਭਾਵਨਾ ਉਸ ਅਕਾਲ ਪੁਰਖ ਦੇ ਹੱਥ ਹੈ। ਗੁਰੂ ਜੀ ਉਸ ਅਕਾਲ ਪੁਰਖ ਤੋਂ ਬਲਿਹਾਰ ਜਾਂਦੇ ਹਨ, ਜਿਸ ਦਾ ਅਗਲਾ ਤੇ ਪਿਛਲਾ
ਜਾਣਿਆ ਨਹੀਂ ਜਾ ਸਕਦਾ। ਭਾਵ ਉਹ ਬੇਅੰਤ ਹੈ। ਆਓ ਹੁਣ ਇਸ ਦਾ ਸਾਰ ਕਰੀਏ। ਇਸ ਸ਼ਬਦ ਦੇ ਆਮ ਤੌਰ 'ਤੇ ਇਹ ਵਿਚਾਰ ਕੀਤੇ ਜਾਂਦੇ ਹਨ ਕਿ ਮਨੁੱਖ ਨੂੰ ਆਪਣੀ ਉਪਜੀਵਕਾ ਦੇ ਸਾਧਨਾਂ ਪ੍ਰਤੀ ਬੇਫਿਕਰ ਹੋ ਜਾਣਾ ਚਾਹੀਦਾ ਹੈ, ਕਿਉਂਕਿ ਰਿਜ਼ਕ ਦੇਣ ਵਾਲਾ ਉਹ ਪਰਮੇਸ਼ਰ ਆਪ ਹੈ। ਪਰ ਵਾਸਤਵ ਵਿੱਚ ਅਸੀਂ ਵੇਖਦੇ ਹਾਂ ਕਿ ਇਸ ਸੋਚਣੀ ਦੇ ਹੁੰਦਿਆਂ ਹੋਇਆਂ ਵੀ ਮਨੁੱਖ ਆਪਣੀ ਰੋਜ਼ੀ ਰੋਟੀ ਵਾਸਤੇ ਹਮੇਸ਼ਾ ਫਿਕਰਮੰਦ ਰਹਿੰਦਾ ਹੈ ਅਤੇ ਭੱਜ ਦੌੜ ਵਿੱਚ ਰਹਿੰਦਾ ਹੈ। ਐਸਾ ਕਿਉਂ? ਸਾਡੇ ਵਿਚਾਰ ਵਿੱਚ ਐਸਾ ਫਿਕਰ ਤਦ ਹੀ ਲੱਗਦਾ ਹੈ ਜਦ ਅਸੀਂ ਆਪਣੀ ਹੋਂਦ ਨੂੰ ਵੱਖਰਿਆਂ ਸਮਝਦੇ ਹਾਂ, ਜਾਂ ਇਸ ਤਰ੍ਹਾਂ ਸਮਝ ਲਵੋ ਕਿ ਆਪਣੇ ਆਪ ਨੂੰ ਕੁਦਰਤ ਦਾ ਇੱਕ ਅੰਗ ਨਾ ਸਮਝ ਕੇ ਆਪਣੇ ਆਪ ਨੂੰ ਨਿਖੜਿਆ ਹੋਇਆ ਸਮਝਦੇ ਹਾਂ। ਇਸ ਸ਼ਬਦ ਦਾ ਕੇਂਦਰੀ ਭਾਵ ਸਮਝਣ ਲਈ ਸਾਨੂੰ ਰਿਜ਼ਕ ਅਤੇ ਆਹਾਰ ਸ਼ਬਦਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ। ਅਕਸਰ ਅਸੀਂ ਰਿਜ਼ਕ ਨੂੰ ਆਪਣੀ ਰੋਜ਼ੀ ਰੋਟੀ ਤੱਕ ਸੀਮਤ ਰੱਖਦੇ ਹਾਂ, ਲੇਕਿਨ ਰਿਜ਼ਕ ਦਾ ਅਸਲੀ ਭਾਵ ਰੋਜ਼ੀ ਰੋਟੀ ਤੋਂ ਪਰੇ ਹੈ। ਸਾਨੂੰ ਸਾਰੀ ਕੁਦਰਤ ਦੇ ਨਿਜ਼ਾਮ ਨੂੰ ਸਮਝਣਾ ਚਾਹੀਦਾ ਹੈ। ਇਸ ਦਾ ਭਾਵ ਇਹ ਹੈ ਕਿ ਕੁਦਰਤ ਬਣਾਉਣ ਵਾਲੇ ਨੇ ਸਾਡੀ ਜ਼ਿੰਦਗੀ ਲਈ ਉਹ ਸਾਰੇ ਤੱਤ ਪਦਾਰਥ ਅਤੇ ਵਸਤੂਆਂ ਸਾਡੀ ਹੋਂਦ ਤੋਂ ਪਹਿਲਾਂ ਹੀ ਪਾ ਦਿੱਤੇ ਹਨ ਅਤੇ ਇਹਨਾਂ ਦੀ ਪੈਦਾਵਾਰ ਰੱਬੀ ਨਿਯਮਾਂ ਅਨੁਸਾਰ ਸਦੀਵੀ ਹੈ। ਇਸੇ ਤਰ੍ਹਾਂ ਆਹਾਰ ਇੱਕ ਉਦਮ ਹੈ ਅਤੇ ਸਾਡੇ ਰਿਜ਼ਕ ਦਾ ਉਦਮ ਸੁਭਾਵਕ ਕੁਦਰਤ ਕਰ ਰਹੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਮਨੁੱਖ ਹੱਥ 'ਤੇ ਹੱਥ ਧਰ ਕੇ ਬੈਠ ਜਾਵੇ ਇਸ ਮੋਦ ਵਿੱਚ ਕਿ ਰੋਟੀ ਉਸਦੇ ਮੂੰਹ ਵਿੱਚ ਆਪਣੇ ਆਪ ਪੈ ਜਾਵੇਗੀ। ਇਸ ਦਾ ਮਤਲਬ ਇਹ ਹੈ ਕਿ ਮਨੁੱਖ ਕੁਦਰਤ ਦੇ ਨਿਜ਼ਾਮ ਨੂੰ ਸਮਝੇ ਅਤੇ ਉਸ ਦਾ ਹਿੱਸਾ ਹੋਣ ਦੀ ਖਾਤਰ ਉਸ ਨਿਜ਼ਾਮ ਨੂੰ ਅੱਗੇ ਚਲਾਵੇ, ਜਿਸ ਨਾਲ ਨਾ ਸਿਰਫ ਉਸ ਦੀ ਉਪਜੀਵਕਾ ਚੱਲੇ ਪਰ ਸਾਰੀ ਮਨੁੱਖਤਾ ਦਾ ਭਲਾ ਹੋਵੇ। ਇਸ ਸ਼ਬਦ ਵਿੱਚ ਗੁਰੂ ਜੀ ਨੇ ਸਾਨੂੰ ਪੰਛੀਆਂ ਦੀ ਮਿਸਾਲ ਦਿੱਤੀ ਹੈ। ਉਸ ਦਾ ਭਾਵ ਕੇਵਲ ਇਹ ਹੈ ਕਿ ਪੰਛੀਆਂ ਦੇ ਅੰਦਰ ਉਹ ਇਲਾਹੀ ਗਿਆਨ ਹੈ ਜੋ ਕਿ ਸਾਡੇ ਸਾਰਿਆਂ ਵਿੱਚ ਵੀ ਮੌਜੂਦ ਹੈ, ਪਰ ਪੰਛੀ ਅਜੇ ਉਸ ਤੋਂ ਟੁੱਟੇ ਨਹੀਂ, ਪਰ ਮਨੁੱਖ ਆਪਣੇ ਮੂਲ ਗਿਆਨ ਤੋਂ ਟੁੱਟਾ ਹੋਇਆ ਹੈ। ਇਸ ਕਰਕੇ ਗੁਰੂ ਜੀ ਨੇ ਇਸ ਸ਼ਬਦ ਦਾ ਕੇਂਦਰੀ ਭਾਵ ਇਹ ਦਿੱਤਾ ਹੈ ਕਿ ਆਪਣੇ ਮੂਲ ਨਾਲ ਜੁੜਿਆ ਹੀ, ਯਾਨੀ ਕਿ ਗੁਰੂ ਦੇ ਗਿਆਨ ਦੇ ਰਾਹੀਂ ਹੀ ਉਸ ਆਪਣੀਆਂ ਅੜਚਨਾਵਾਂ ਅਤੇ ਚਿੰਤਾਵਾਂ ਤੋਂ ਉੱਪਰ ਉੱਠ ਸਕਦੇ ਹਾਂ। ਮਾਤ ਪਿਤਾ, ਲੋਕੀ, ਪੁੱਤਰ, ਇਸਤਰੀ, ਇਹਨਾਂ ਵਿੱਚੋਂ ਕੋਈ ਵੀ ਕਿਸੇ ਦਾ ਆਧਾਰ ਜਾਂ ਆਸਰਾ ਨਹੀਂ ਹੈ। ਸਤਸੰਗਤ ਵਿੱਚ ਸ਼ਾਮਲ ਹੋਣ ਨਾਲ ਮਨੁੱਖ ਦਾ ਆਤਮਿਕ ਸੁਧਾਰ ਹੁੰਦਾ ਹੈ। ਉਸ ਗੁਰੂ ਦੀ ਕਿਰਪਾ ਨਾਲ ਹੀ ਪਰਮ ਪਦ ਭਾਵ ਮੁਕਤ ਅਵਸਥਾ ਪ੍ਰਾਪਤ ਹੁੰਦੀ ਹੈ। ਕੋਈ ਵੀ ਸੰਬੰਧੀ ਕਿਸੇ ਦਾ ਆਸਰਾ ਨਹੀਂ ਬਣ ਸਕਦਾ। ਉਹ ਅਕਾਲ ਪੁਰਖ ਆਪ ਹੀ ਸਭ ਦੀ ਸੰਭਾਲ ਕਰਦਾ ਹੈ। ਅੱਜ ਦਾ ਵਿਚਾਰ ਕਰਦਿਆਂ ਹੋਇਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਆਪ ਸਭ ਕੋਲੋਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।